जो पंजाब दे विच कोर्सिस प्रोवाइड करवा रही है। इन्हां दे कोर्सिस बड़े फ्लैक्सीबल नेचर दे ने। इस दे वास्ते किसी भी स्टूडेंट नूं रेगूलर पढ़ाई दी टाइम नहीं निकालना पैंदा, सगों ऑनलाइन माध्यम के राही वो इन्हां दे सारे कोर्सिस बड़ी आसानी दे नाल कर सकते हैं। इस तो पहला कि यूनीवर्सिटी के अधिकारी साहबान तुहाडे रूबरू होण, मैं SCRT पंजाब तो सहायक डायरैक्टर श्री शंकर चौधरी जी नूं रिक्वेस्ट करदा कि वो रस्मी तौर पर साडे विच मौजूद अधिकारी साहबानां दा स्वागत करके उन्हां नूं जिहड़ा अगलेरी कार्रवाई दे लई रिक्वेस्ट करनगे। डॉक्टर शंकर चौधरी जी। ਸਾਰੇ ਹੀ ਐਡੂਸੈਟ ਰਾਹੀਂ ਜੁੜੇ ਹੋਏ ਮੁੱਖ ਅਧਿਆਪਕ, ਪ੍ਰਿੰਸੀਪਲਸ, ਅਧਿਆਪਕਾਂ ਨੂੰ ਸਤਿ ਸ੍ਰੀ ਅਕਾਲ। ਔਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਵਿਚਕਾਰ ਮੌਜੂਦ ਹਨ ਡਾਕਟਰ ਮਨਜੀਤ ਸਿੰਘ ਰਜਿਸਟਰਾਰ ਔਰ ਡਾਕਟਰ ਕਰਨ ਸਖੀਜਾ ਜੀ ਡਾਇਰੈਕਟਰ ਐਡਮਿਸ਼ਨਸ। ਮੈਂ ਇਹਨਾਂ ਦਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅੱਜ ਦੇ ਇਸ ਛੋਟੇ ਜਿਹੇ ਸੈਸ਼ਨ ਦੇ ਵਿੱਚ ਇਹ ਤੁਹਾਡੇ ਨਾਲ ਇਹਨਾਂ ਦੇ ਜੋ ਯੂਨੀਵਰਸਿਟੀ ਦੇ ਕੋਰਸਿਸ ਹਨ ਜੋ ਕਿ ਸਪੈਸ਼ਲੀ ਅਧਿਆਪਕਾਂ ਲਈ ਡਿਜ਼ਾਈਨ ਕੀਤੇ ਗਏ ਹਨ ਔਰ ਉਹਨਾਂ ਬਾਰੇ ਇਹ ਗੱਲਬਾਤ ਕਰਨਗੇ। ਇਹ ਸਟੇਟ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਹੈ ਔਰ UGC ਦੇ ਨੋਰਮਸ ਨੂੰ ਪੂਰਾ ਕਰਦੀ ਹੈ ਔਰ ਕਿਸੇ ਵੀ ਪ੍ਰਕਾਰ ਦੀ ਜਿਹੜੀ ਕੋਈ ਦਿੱਕਤ ਜਿਹੜੀ ਹੈ ਇਹਨਾਂ ਦੇ ਕੋਰਸਿਸ ਦੇ ਵਿੱਚ ਨਹੀਂ ਹੈ। ਮੈਂ ਹੁਣ ਰਿਕੁਐਸਟ ਕਰਾਂਗਾ ਡਾਕਟਰ ਮਨਜੀਤ ਸਿੰਘ रजिस्ट्रार यूनिवर्सिटी नूं कि वो अपने अज दे इस प्रोग्राम के बारे विचार चर्चा करन तुहाडे नाल। जी शुक्रिया डॉक्टर शंकर जी। सब तो पहला तो एडूसैट दे इस प्रोग्राम नाल जुड़े हुए सारे अध्यापक साहबान, अधिकारी साहबान दा वैलकम है। असीं साडे एजुकेशन मिनिस्टर हरजोत सिंह बैंस जी, प्रिंसीपल सैक्रटरी हायर एजुकेशन मैडम जसप्रीत तलवार जी, DGSC श्री विनय बबलानी जी, श्री मनिंदर सरकारिया जी डायरेक्टर SCRT, डॉक्टर शंकर चौधरी असिस्टेंट डायरेक्टर एंड डॉक्टर प्रदीप छाबड़ा ASPD समग्र शिक्षा अभियान। सब का बहुत बहुत धन्यवाद कि उन्होंने सानू एक मौका दिता कि ये जिहड़ी एक नवी यूनीवर्सिटी पंजाब सरकार ने बनाई है ਉਹਦੀਆਂ ਐਕਟੀਵਿਟੀਜ਼ ਬਾਰੇ ਔਰ ਉਹ ਤੁਹਾਡੇ ਸਾਰਿਆਂ ਦੇ ਲਈ ਉਹ ਕਿਵੇਂ ਮਦਦਗਾਰ ਹੋ ਸਕਦੇ ਨੇ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਆਪਣਾ ਜਿਹੜਾ ਹੈਗਾ ਵਿਜ਼ਨ ਸਾਂਝਾ ਕਰਦੇ ਹਾਂ ਤੇ ਸਾਡੀਆਂ ਐਕਟੀਵਿਟੀਜ਼ ਬਾਰੇ ਅਸੀਂ ਤੁਹਾਨੂੰ ਦੱਸਣ ਲਈ ਆਏ ਹਾਂ। ਜਿਵੇਂ 500 ਸਾਲ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਐਨਵਰਸਰੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੈਬਲਿਸ਼ ਕੀਤੀ ਗਈ ਸੀ, ਤਾਂ ਜਦੋਂ 550 ਸਾਲ ਪੂਰੇ ਹੋਏ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਕਿ ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਹੈ ਹੁਣ ਐਜੂਕੇਸ਼ਨ ਦੇ ਜਿਹੜੇ ਚੈਨਲਸ ਹੈ ਉਹ ਵੱਖਰੇ ਤਰ੍ਹਾਂ ਦੇ ਸ਼ੁਰੂ ਹੋ ਗਏ ਨੇ, ਤਾਂ ਇਸ ਐਜੂਕੇਸ਼ਨ ਚੈਨਲਸ ਨੂੰ ਹੋਰ ਕੰਪਰੀਹੈਂਸਿਵ ਬਣਾਉਣ ਦੇ ਲਈ, ਇਹਨਾਂ ਦੀ ਆਊਟਰੀਚ ਨੂੰ ਵਧਾਉਣ ਦੇ ਲਈ ਜਿਹੜਾ 550 ਸਾਲ ਦੇ ਉੱਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਪੂਰੇ ਹਿੰਦੁਸਤਾਨ ਦੇ ਵਿੱਚ 14 ਯੂਨੀਵਰਸਿਟੀਆਂ, 14 ਸਟੇਟਸ ਦੇ ਵਿੱਚ ਇਹ ਯੂਨੀਵਰਸਿਟੀਆਂ ਆਲਰੇਡੀ ਇਸਟੈਬਲਿਸ਼ਡ ਨੇ। ਤਾਂ ਅਸੀਂ ਇਹ ਯੂਨੀਵਰਸਿਟੀ ਪਿਛਲੇ 2019 ਦੇ ਵਿੱਚ ਸ਼ੁਰੂ ਕੀਤੀ ਔਰ ਇਹ ਵੀ ਸਿੱਖਿਆ ਗਿਆ ਬਾਹਰਲੀਆਂ ਸਟੇਟਾਂ ਤੋਂ, ਕਿਉਂਕਿ ਜਦੋਂ ਅਸੀਂ ਬਾਹਰਲੀਆਂ ਸਟੇਟਾਂ 'ਚ ਦੇਖਦੇ ਹਾਂ ਤਾਂ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਹੀ ਸਟੂਡੈਂਟ ਇਹਨਾਂ ਕੋਰਸਿਸ ਦਾ ਫਾਇਦਾ ਲੈ ਰਹੇ ਨੇ। ਤਾਂ ਉਸੇ ਤਰਜ਼ ਦੇ ਉੱਤੇ, ਉਸੇ ਪੈਟਰਨ ਦੇ ਉੱਤੇ ਇਹ ਸੋਚਿਆ ਗਿਆ ਕਿ ਪੰਜਾਬ ਦੇ ਜਿਹੜੇ ਵਸਨੀਕ ਨੇ, ਭਾਵੇਂ ਉਹ ਸਟੂਡੈਂਟਸ ਨੇ, ਭਾਵੇਂ ਇੰਪਲੋਈਜ਼ ਨੇ, ਭਾਵੇਂ ਹੋਰ ਡਿਫਰੈਂਟ ਸਟੇਟਸ ਆਫ ਸੋਸਾਇਟੀ ਆ, ਉਹਨਾਂ ਦੇ ਲਈ ਜਿਹੜੀ ਐਜੂਕੇਸ਼ਨ ਹੈ ਉਹਨੂੰ ਹੋਰ ਵਧੀਆ ਬਣਾਉਣ ਦੇ ਲਈ, ਉਹਨਾਂ ਦੀਆਂ ਲਰਨਿੰਗ ਐਬਿਲਿਟੀਜ਼ ਨੂੰ ਇਕਵਿਪ ਕਰਨ ਦੇ ਲਈ ਜਿਹੜਾ ਹੈਗਾ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਔਰ ਜਦੋਂ ਅਸੀਂ ਕਿਸੇ ਵੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਉਹਨਾਂ ਦੇ 3 ਮੇਨ ਕੰਮ ਹੁੰਦੇ ਆ। ਇੱਕ ਪੜ੍ਹਾਉਣਾ ਹੁੰਦਾ, ਟੀਚਿੰਗ, ਦੂਜਾ ਰਿਸਰਚ ਹੁੰਦਾ, ਪਰ ਸਭ ਤੋਂ ਇੰਪੋਰਟੈਂਟ ਜਿਹੜਾ ਇੱਕ ਹੋਰ ਉਹਨਾਂ ਦਾ ਇਨੀਸ਼ੀਏਟਿਵ ਹੁੰਦਾ ਉਹ ਹੁੰਦਾ ਹੈ ਕਿ ਉਹ ਇੰਸਟੀਟਿਊਸ਼ਨ ਆਪਣੀ ਕਮਿਊਨਿਟੀ, ਆਪਣੀ ਸੁਸਾਇਟੀ ਦੇ ਲਈ ਕਿੱਦਾਂ ਦੀਆਂ ਆਊਟਰੀਚ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਹੈ, ਕਿਉਂਕਿ ਅਲਟੀਮੇਟ ਆਬਜੈਕਟਿਵ ਐਜੂਕੇਸ਼ਨ ਦਾ
ਉਸ ਸੁਸਾਇਟੀ ਨੂੰ, ਉਸ ਕੰਟਰੀ ਨੂੰ ਡਿਵੈਲਪ ਕਰਨਾ ਹੁੰਦਾ। ਤਾਂ ਉਸ ਲਾਈਟ ਦੇ ਵਿੱਚ ਸਾਡੀ ਜਿਹੜੀ ਯੂਨੀਵਰਸਿਟੀ ਹੈ, ਇਹਨਾਂ ਨੇ ਮਤਲਬ ਆਊਟਰੀਚ ਐਕਟੀਵਿਟੀਜ਼ ਦੇ ਉੱਤੇ ਬੜਾ ਫੋਕਸ ਕੀਤਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਪ੍ਰੈਜ਼ੈਂਟਲੀ ਬਹੁਤ ਸਾਰੇ ਪਲੇਅਰਸ ਆ ਗਏ ਮਾਰਕੀਟ ਦੇ ਵਿੱਚ, ਬਹੁਤ ਸਾਰੀਆਂ ਪ੍ਰਾਈਵੇਟ ਐਜੂਕੇਸ਼ਨ ਇੰਸਟੀਟਿਊਸ਼ਨਸ ਆ ਗਏ, ਬਹੁਤ ਸਾਰੇ ਆਨਲਾਈਨ ਪਲੇਟਫਾਰਮਸ ਆ ਗਏ, ਤਾਂ ਉਸ ਟਾਈਮ ਸਾਈਮਲਟੇਨੀਅਸਲੀ ਸਾਡੇ ਕੋਲੇ ਸਰਕਾਰੀ ਯੂਨੀਵਰਸਿਟੀਆਂ ਵੀ ਹੈਗੀਆਂ ਨੇ। ਤਾਂ ਉਹਨਾਂ ਜਦੋਂ ਇਦਾਂ ਦਾ ਕੰਪੀਟੀਟਿਵ ਇਨਵਾਇਰਨਮੈਂਟ ਹੁੰਦਾ ਤੇ ਕਈ ਵਾਰੀ ਕੁਆਲਿਟੀ ਐਜੂਕੇਸ਼ਨ ਦੇ ਉੱਤੇ ਫੋਕਸ ਕਰਨਾ ਕਈ ਵਾਰੀ ਬੈਕ ਸੀਟ ਲੈ ਜਾਂਦਾ। ਤਾਂ ਸਾਡੇ ਜਿਹੜੇ ਜਿੰਨੇ ਵੀ ਕੋਰਸਸ ਅਸੀਂ ਬਣਾਏ ਹੈਗੇ ਨੇ, ਭਾਵੇਂ ਉਹ ਬੇਸਿਕ ਡਿਗਰੀਜ਼ ਦੇ ਲਈ ਹੋਣ ਔਰ ਭਾਵੇਂ ਸਰਟੀਫਿਕੇਟ ਕੋਰਸਸ ਜਿਹੜੇ ਕਿ ਸਕਿੱਲ ਡਿਵੈਲਪਮੈਂਟ, ਇੰਪਲੋਏਬਿਲਿਟੀ ਦੇ ਉੱਤੇ ਫੋਕਸ ਕਰ ਰਹੇ ਆ, ਇੱਕ ਬੈਟਰ ਸਿਟੀਜ਼ਨ ਬਣਾਉਣ ਦੇ ਲਈ ਜਿਹੜੇ ਸਾਡੇ ਇੱਥੇ ਦੇ ਸੁਸਾਇਟੀ ਦੇ ਲੋਕ ਹੈਗੇ ਆ, ਉਹਨਾਂ ਨੂੰ ਬੈਟਰ ਸਿਟੀਜ਼ਨ ਬਣਾਉਣ ਦੇ ਲਈ, ਇਨਕਲੂਸਿਵ ਗਰੋਥ ਕਰਨ ਦੇ ਲਈ ਸਾਡੇ ਇਹ ਜਿਹੜੇ ਸਾਰੇ ਕੋਰਸਸ ਆਫਰ ਕੀਤੇ ਗਏ ਆ। ਕਿਉਂਕਿ ਸਾਡਾ ਜਿਹੜਾ ਬੇਸਿਕ ਮੈਂਡੇਟ ਜੋ ਅਸੀਂ ਸੋਚਿਆ ਉਹ ਸੇਵਾ ਦਾ ਹੈ, ਜਿਹਦੇ ਵਿੱਚ S ਸਟੈਂਡ ਫॉर ਸਕਿੱਲ ਡਿਵੈਲਪਮੈਂਟ ਥਰੂ ਕਸਟਮਾਈਜ਼ਡ ਪ੍ਰੋਗਰਾਮਸ ਬਾਈ ਲੀਵਰੇਜਿੰਗ ਟੈਕਨੋਲੋਜੀ। ਦੂਜਾ ਇੰਪਲੋਏਬਿਲਿਟੀ ਫੋਕਸਡ ਐਜੂਕੇਸ਼ਨ, ਜਿਹੜੀ ਕਿ ਐਕਸਲੈਂਸ ਇਨ ਆਲ ਸਫੀਅਰਸ ਆਫ ਲਰਨਿੰਗ ਦੇ ਉੱਤੇ ਫੋਕਸ ਕਰਦੀ ਹੈ। ਵਿਜ਼ਡਮ, ਜਿਹੜਾ W ਸਟੈਂਡਸ ਫॉर ਵਿਜ਼ਡਮ ਵਿਚ ਇਜ਼ ਦ ਕਾਰਨਰਸਟੋਨ ਆਫ ਆਵਰ ਐਂਡੇਵਰ ਇਨ ਡਿਵੈਲਪਿੰਗ ਹੋਲਸਮ ਪਰਸਨੈਲਿਟੀਜ਼। ਔਰ ਚੌਥਾ ਹੈਗਾ ਐਕਸੈਸਿਬਿਲਿਟੀ, A ਸਟੈਂਡ ਫॉर ਐਕਸੈਸਿਬਿਲਿਟੀ। ਸੋ ਸਾਡੇ ਜਿੰਨੇ ਵੀ ਮਤਲਬ ਐਕਸੈਸਿਬਿਲਿਟੀ ਟੂ ਕੁਆਲਿਟੀ ਐਜੂਕੇਸ਼ਨ, ਤਾਂ ਸਾਡੇ ਜਿੰਨੇ ਵੀ ਅਸੀਂ ਕੋਰਸਸ ਨੂੰ ਡਿਜ਼ਾਈਨ ਕੀਤਾ ਹੈ, ਕਸਟਮਾਈਜ਼ ਕੀਤਾ ਹੈ, ਉਹ ਇਹਨਾਂ ਇਸ ਸੇਵਾ ਭਾਵਨਾ ਦੇ ਨਾਲ, ਜਿਹਦੇ ਵਿੱਚ ਸਕਿੱਲਸ, ਇੰਪਲੋਏਬਿਲਿਟੀ, ਵਿਜ਼ਡਮ ਤੇ ਐਕਸੈਸਿਬਿਲਿਟੀ ਦੇ ਉੱਤੇ ਫੋਕਸ ਕੀਤਾ ਗਿਆ। ਜਦੋਂ ਅਸੀਂ ਆਪਣੇ ਕੋਰਸਸ ਬਾਰੇ ਗੱਲ ਕਰਦੇ ਹਾਂ, ਸਭ ਤੋਂ ਵੱਡੀ ਗੱਲ ਤਾਂ ਜਿਵੇਂ ਡਾਕਟਰ ਸ਼ੰਕਰ ਨੇ ਗੱਲ ਕੀਤੀ ਸੀਗੀ ਕਿ ਸਾਡੇ ਜਿਹੜੇ ਸਾਰੇ ਕੋਰਸਸ ਹੈ, ਕਿਉਂਕਿ ਅਸੀਂ ਬੜੇ ਰਿਸਪੌਂਸਿਬਲੀ ਇਸ ਗੱਲ ਨੂੰ ਕਹਿੰਦੇ ਹਾਂ ਕਿ ਜਿਹੜਾ ਵੀ ਅਸੀਂ ਕੋਰਸ ਆਫਰ ਕਰਦੇ ਹਾਂ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਜਿਹੜਾ ਡਿਸਟੈਂਸ ਐਜੂਕੇਸ਼ਨ ਬਿਊਰੋ ਹੈਗਾ, ਉਹਨਾਂ ਦੀ ਪਰਮਿਸ਼ਨ ਦੇ ਨਾਲ, ਉਹਨਾਂ ਦੀਆਂ ਸਾਰੀਆਂ ਜਿਹੜੀਆਂ ਰਿਕੁਆਇਰਮੈਂਟਸ ਹੈ ਉਹ ਜਦੋਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਅਸੀਂ ਉਹ ਕੋਰਸ ਨੂੰ ਸ਼ੁਰੂ ਕਰਦੇ ਹਾਂ। ਔਰ ਅਸੀਂ ਇਸ ਗੱਲ ਦੇ ਉੱਤੇ ਬੜਾ, ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀਗਾ ਕਿ ਆਊਟਰੀਚ ਐਕਟੀਵਿਟੀਜ਼ ਦੇ ਉੱਤੇ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ, ਜਿਹਦੇ ਵਿੱਚ ਜਦੋਂ ਅਸੀਂ ਪ੍ਰੈਜ਼ੈਂਟਲੀ, ਹਾਲਾਂਕਿ ਬੜੀ ਹਲੇ ਅਸੀਂ ਕਹੀਏ ਕਿ ਬਹੁਤ ਥੋੜਾ ਟਾਈਮ ਹੋਇਆ ਸਾਡੀ ਯੂਨੀਵਰਸਿਟੀ ਨੂੰ ਸ਼ੁਰੂ ਹੋਇਆ, ਪਰ ਅਸੀਂ ਨਾਰਮਲ ਸਟੂਡੈਂਟਸ ਦੇ ਨਾਲ ਨਾਲ ਅਸੀਂ ਜਿਹੜਾ ਹੈਗਾ, ਜਿਵੇਂ ਡਿਫਰੈਂਟਲੀ ਏਬਲਡ ਸਟੂਡੈਂਟਸ ਹੈ, ਉਹਨਾਂ ਦੇ ਲਈ ਸਪੈਸ਼ਲ ਪ੍ਰੋਗਰਾਮ ਸ਼ੁਰੂ ਕੀਤੇ ਆ। ਫਿਰ ਜਿਹੜੇ ਜੇਲ ਇਨਮੇਟਸ ਹੈਗੇ ਨੇ, ਕਿ ਉਹਨਾਂ ਨੂੰ ਇੱਕ ਬੈਟਰ ਪਰਸਨ ਬਣਾਉਣ ਦੇ ਲਈ, ਤਾਂ ਕਿ ਉਹ ਦੁਬਾਰਾ ਇੱਦਾਂ ਦੇ ਮਤਲਬ ਕੰਮਾਂ ਦੇ ਵਿੱਚ ਨਾ ਜਾਣ, ਤਾਂ ਅਸੀਂ ਉਹਨਾਂ ਦੀ ਐਜੂਕੇਸ਼ਨ ਦੇ ਉੱਤੇ ਵੀ ਫੋਕਸ ਕਰ ਰਹੇ ਹਾਂ, ਸਿੱਖਿਆ ਦਾਤ ਪ੍ਰੋਗਰਾਮ ਸ਼ੁਰੂ ਕੀਤਾ। ਤੀਸਰੀ ਗੱਲ, ਅਸੀਂ ਇਸ ਗੱਲ ਦੇ ਬਾਰੇ ਬੜੇ ਸੁਹਿਰਦ ਹਾਂ ਕਿ ਅਸੀਂ ਜੇ ਇਸ ਸਟੇਟ ਨੂੰ, ਇਸ ਮੁਲਕ ਨੂੰ ਡਿਵੈਲਪਮੈਂਟ ਵੱਲ ਲੈ ਕੇ ਜਾਣਾ, ਤਾਂ ਸਾਡੀ ਜਿਹੜੀ ਐਜੂਕੇਸ਼ਨ ਹੈ, ਜਿਹੜੀ ਐਜੂਕੇਸ਼ਨ ਐਟ ਦਾ ਸਕੂਲ ਲੈਵਲ ਐਂਡ ਐਟ ਦਾ ਕਾਲਜ ਲੈਵਲ, ਉਹਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਔਰ ਜਦੋਂ ਅਸੀਂ, ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਜਿਹੜਾ ਮੁਲਕ ਦਾ ਫਿਊਚਰ ਹੈ ਉਹ ਉਹਦੇ ਜਿਹੜੇ ਸਕੂਲਾਂ ਦਾ, ਜਿੱਦਾਂ ਦਾ ਕਲਾਸਰੂਮ ਇਨਵਾਇਰਨਮੈਂਟ ਹੈ, ਉਸ ਤੇ ਡਿਪੈਂਡ ਕਰਦਾ ਹੈ ਕਿ ਜੇ ਉਸ ਸਕੂਲ ਦਾ ਕਲਾਸਰੂਮ ਇਨਵਾਇਰਨਮੈਂਟ, ਉਸ ਮੁਲਕ ਦਾ ਕਲਾਸਰੂਮ ਇਨਵਾਇਰਨਮੈਂਟ ਚੰਗਾ ਹੈ, ਤੇ ਉਹ ਜਿਹੜਾ ਮੁਲਕ ਹੈ ਉਹ ਡਿਵੈਲਪ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ। ਤਾਂ ਅਸੀਂ ਉਸ ਜ਼ਿੰਮੇਵਾਰੀ ਨੂੰ ਵੀ ਲਿਆ, ਔਰ ਉਸ ਦੇ ਲਈ ਸਾਨੂੰ ਪਤਾ ਹੈ ਕਿ ਜਿਹੜੀ ਟੀਚਰ ਦੀ ਐਜੂਕੇਸ਼ਨ ਹੈ ਔਰ ਟੀਚਰ ਦੀ ਜਿਹੜੀ ਅਪਸਕਿਲਿੰਗ ਹੈ ਉਹ ਬੜੀ ਇੰਪੋਰਟੈਂਟ ਹੈ। ਔਰ ਉਸ ਅਪਸਕਿਲਿੰਗ ਦੇ ਲਈ ਟਾਈਮ ਟੂ ਟਾਈਮ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਪਣੇ ਆਲੇ ਦੁਆਲੇ ਦੇ ਜਿਹੜੇ ਹਾਲਾਤ ਨੇ ਔਰ ਜਾਂ ਜਿਹੜਾ ਆਪਣਾ ਇਨਵਾਇਰਨਮੈਂਟ ਹੈ ਉਹ ਬੜਾ ਫਾਸਟ ਚੇਂਜ ਹੋ ਰਿਹਾ, ਔਰ ਉਸ ਫਾਸਟ ਚੇਂਜ ਹੋਣ ਦੇ ਨਾਲ ਨਾਲ ਜੇ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਾਂਗੇ ਤਾਂ ਆਪਣੀ ਵੀ ਐਗਜ਼ਾਮਪਲ, ਜਿਵੇਂ ਅਸੀਂ ਅਕਸਰ ਐਗਜ਼ਾਮਪਲ ਦਿੰਦੇ ਹੁੰਦੇ ਆ ਕਿ ਡਾਇਨਾਸੌਰਸ ਜਿਹੜੇ ਸੀਗੇ, ਇੰਨੇ ਹਿਊਜ ਕ੍ਰੀਏਚਰ ਸੀਗੇ, ਪਰ ਉਹ ਐਕਸਟਿੰਕਟ ਹੋ ਗਏ। ਕਿਉਂ ਹੋ ਗਏ? ਕਿਉਂਕਿ ਉਹ ਮੌਕੇ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਬਦਲ ਨਹੀਂ ਪਾਏ। ਤਾਂ ਐਦਾਂ ਹੀ ਜਦੋਂ ਇਹ ਵੀ ਨਾਲ ਕਿਹਾ ਜਾਂਦਾ ਕਿ ਜਿਹੜੇ ਕਾਕਰੋਚਸ ਹੈ ਉਹ ਉਦੋਂ ਵੀ ਸੀਗੇ ਤੇ ਹੁਣ ਵੀ ਹੈਗੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਅਡੈਪਟ ਕੀਤਾ ਵਿਦ ਦਾ ਚੇਂਜਡ ਇਨਵਾਇਰਨਮੈਂਟ, ਤਾਂ ਹੀ ਉਹ ਸਰਵਾਈਵ ਕਰ ਪਾਏ। ਤਾਂ ਉਸੇ ਲਾਈਟ ਦੇ ਵਿੱਚ ਸਾਨੂੰ
ਲੱਗਦਾ ਹੈ ਕਿ ਜੇ ਜਿਹੜਾ ਪ੍ਰੈਜ਼ੈਂਟ ਇਨਵਾਇਰਨਮੈਂਟ ਜਿਵੇਂ ਬਦਲ ਰਿਹਾ, ਜਿਵੇਂ ਟੈਕਨੋਲੋਜੀ ਆ ਰਹੀ ਹੈ, ਜਿਵੇਂ ਗਲੋਬਲਾਈਜੇਸ਼ਨ ਹੋ ਰਹੀ ਹੈ, ਜਿਵੇਂ ਆਪਣੇ ਸੁਸਾਇਟੀ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੇ ਵਿੱਚ ਚੇਂਜ ਆ ਰਹੀ ਹੈ, ਤਾਂ ਜੇ ਅਸੀਂ ਉਸ ਚੇਂਜ ਦਾ ਪਾਰਟ ਬਣਨਾ ਹੈ ਤੇ ਆਪਣੇ ਆਪ ਨੂੰ ਰੈਲੇਵੈਂਟ ਰੱਖਣਾ ਹੈ, ਤਾਂ ਉਹਦੇ ਲਈ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਅਪਸਕਿਲਿੰਗ ਤੇ ਰੀਸਕਿਲਿੰਗ ਵੱਲ ਤੋਰੀਏ। ਤਾਂ ਉਹ ਅਪਸਕਿਲਿੰਗ ਔਰ ਰੀਸਕਿਲਿੰਗ ਜਿਹੜੀਆਂ ਇਨੀਸ਼ੀਏਟਿਵਸ ਹੈ, ਸਾਡੀ ਯੂਨੀਵਰਸਿਟੀ ਨੂੰ ਇਹ ਲੱਗਿਆ ਕਿ ਅਸੀਂ ਜੇ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ ਟੂਵਰਡਸ ਅ ਸੋਸਾਇਟੀ, ਤਾਂ ਸਾਨੂੰ ਟੀਚਰਸ ਦੇ ਲਈ ਕੁਝ ਐਦਾਂ ਦੇ ਪ੍ਰੋਗਰਾਮਸ ਕਸਟਮਾਈਜ਼ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਟੀਚਰਸ ਜਦੋਂ ਇੱਕ ਬੈਟਰ ਇਕਵਿਪਡ ਹੋਏਗਾ, ਵੱਧ ਲਰਨਿੰਗ ਦੇ ਨਾਲ ਆਪਣੀ ਕਲਾਸਿਸ ਦੇ ਵਿੱਚ ਜਾਏਗਾ, ਤਾਂ ਉਸ ਲਰਨਿੰਗ ਦੇ ਨਾਲ ਉਹ ਵਧੀਆ ਇਨਵਾਇਰਨਮੈਂਟ ਵੀ ਕ੍ਰੀਏਟ ਕਰ ਪਾਏਗਾ। ਔਰ ਇੱਕ ਟੀਚਰ ਦੀ ਜਿਹੜੀ ਪੜ੍ਹਾਈ ਹੈ, ਜਦੋਂ ਉਹਨੇ ਆਪਣੇ ਆਪ ਨੂੰ ਅਪਸਕਿਲ ਕੀਤਾ, ਤਾਂ ਉਹਦਾ ਹਜ਼ਾਰਾਂ ਸਟੂਡੈਂਟਾਂ ਨੂੰ ਫਾਇਦਾ ਹੋਣਾ। ਸੋ ਸਾਡੀ ਇਸ ਜਿਹੜੀ ਇਸ ਇਸ਼ੂ ਨੂੰ ਅਸੀਂ ਬੜੀ ਜ਼ਿੰਮੇਵਾਰੀ ਨਾਲ ਸਮਝਿਆ ਤੇ ਸਾਨੂੰ ਲੱਗਿਆ ਕਿ ਜਿਹੜੇ ਪੰਜਾਬ ਦੇ ਹਜ਼ਾਰਾਂ ਲੱਖਾਂ ਸਕੂਲਾਂ ਦੇ ਵਿੱਚ ਟੀਚਰਸ ਹੈਗੇ ਆ, ਉਹਨਾਂ ਦੀ ਡਿਵੈਲਪਮੈਂਟ ਦੇ ਲਈ ਅਸੀਂ ਕੁਝ ਕਰੀਏ ਤੇ ਉਹਨਾਂ ਨੂੰ ਇਨਸੈਂਟੀਵਾਈਜ਼ ਵੀ ਕਰੀਏ ਕਿ ਉਹ ਇਹ ਬੈਟਰ ਜਿਹੜੀਆਂ ਹੈਗੀਆਂ ਸਾਡੇ ਕੋਰਸਿਸ ਹੈ ਉਹ ਅਡਾਪਟ ਕਰਨ ਤੇ ਉਹਦੇ ਨਾਲ ਆਪਣੇ ਆਪ ਨੂੰ ਹੋਰ ਵਧੀਆ ਟੀਚਰ ਬਣਾਉਣ, ਤਾਂ ਕਿ ਅਸੀਂ ਇੱਕ ਵਧੀਆ ਭਾਰਤ ਸਿਰਜ ਸਕੀਏ, ਵਧੀਆ ਪੰਜਾਬ ਸਿਰਜ ਸਕੀਏ। ਸੋ ਉਹਦੇ ਲਈ ਬੜੀਆਂ ਸਾਰੀਆਂ ਅਸੀਂ ਸਬਸਿਡਾਈਜ਼ਡ ਸਕੀਮਸ ਸ਼ੁਰੂ ਕੀਤੀਆਂ ਨੇ ਔਰ ਅੱਗੇ ਤੋਂ ਹੋਰ ਵੀ ਕਰਾਂਗੇ, ਕਿਉਂਕਿ ਪਿਛਲੇ ਸਾਲ ਸਾਨੂੰ ਜੋ ਫੀਡਬੈਕ ਦਿੱਤੀ ਗਈ ਸੀਗੀ ਉਹਦੇ ਬੇਸਿਸ ਦੇ ਉੱਤੇ ਅਸੀਂ ਕੁਝ ਨਵੇਂ ਪ੍ਰੋਗਰਾਮਸ ਨੂੰ ਡਿਜ਼ਾਈਨ ਕਰਨ ਦੇ ਲਈ ਵੀ ਲੱਗੇ ਹੋਏ ਹਾਂ। ਸੋ ਇਹਨਾਂ ਸਾਰੇ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਹੀ ਸਾਡੀ ਯੂਨੀਵਰਸਿਟੀ ਇਸ ਡਾਇਰੈਕਸ਼ਨ ਵੱਲ ਤੁਰ ਰਹੀ ਹੈ ਕਿ ਜਿਹੜੇ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਆਊਟਰੀਚ ਐਕਟੀਵਿਟੀਜ਼ ਨੂੰ ਵਧਾਉਣਾ ਹੈ, ਤਾਂ ਉਹਦੇ ਅੰਡਰ ਹੀ ਅਸੀਂ ਜਿਹੜਾ ਸਕੂਲ ਟੀਚਰਸ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਇੱਕ ਵਧੀਆ ਮਤਲਬ ਜਦੋਂ ਐਜੂਕੇਸ਼ਨ ਸਿਸਟਮ ਡਿਵੈਲਪ ਹੋਏਗਾ ਤਾਂ ਅਸੀਂ ਵਧੀਆ ਮੁਲਕ ਡਿਵੈਲਪ ਕਰ ਪਾਵਾਂਗੇ। ਸੋ ਹੁਣ ਮੈਂ ਮੇਰੇ ਨਾਲ ਸਾਡੇ ਡਾਇਰੈਕਟਰ ਐਡਮਿਸ਼ਨਸ ਡਾਕਟਰ ਕਰਨ ਸੁਖੀਜਾ ਨੇ, ਉਹ ਸਾਡੇ ਜਿਹੜੇ ਡਿਫਰੈਂਟ ਕੋਰਸਿਸ ਤੇ ਸਕੀਮਸ ਜਿਹੜੀਆਂ ਅਸੀਂ ਆਫਰ ਕਰ ਰਹੇ ਹਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। Thank you so much, sir. First of all, I would like to say thanks to the Government of Punjab and the Department of School Education to provide us a opportunity to and a platform to express whatever the offered and the scheme offered by the Jagat Guru Nanak Dev Punjab State Open University specifically for the government teachers. ਕਿਉਂਕਿ ਮੈਨੂੰ ਇਸ ਜਾਣ ਦੇ ਵਿੱਚ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਕਰਮਜੀਤ ਸਿੰਘ ਜੀ ਦਾ ਇੱਕ ਵਿਜ਼ਨ ਸੀਗਾ ਵੀ ਉਹ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਸਿੱਖਿਆ ਪਹੁੰਚਾਉਣ। ਐਸੇ ਹੀ ਵਿਜ਼ਨ ਦੇ ਨਾਲ ਉਹਨਾਂ ਨੇ ਪੰਜਾਬ ਦੇ ਰੂਰਲ ਏਰੀਏ ਨੂੰ ਸਭ ਤੋਂ ਪਹਿਲਾਂ ਇਹ ਆਪਣੇ ਪੁਆਇੰਟ ਦੇ ਉੱਤੇ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਨਾਲ ਇੱਕ ਟਾਈ ਅਪ ਕਰਕੇ ਸਰਕਾਰੀ ਅਧਿਆਪਕਾਂ ਵਾਸਤੇ ਇੱਕ ਸਪੈਸ਼ਲ ਗਵਰਨਮੈਂਟ ਟੀਚਰ ਸਕੀਮ ਅਨਾਉਂਸ ਕੀਤੀ, ਜਿਹਦਾ ਆਗਾਜ਼ ਅਸੀਂ ਲਾਸਟ ਈਅਰ ਸੈਪਟੈਂਬਰ ਦੇ ਵਿੱਚ ਐਸਸੀ ਐਜੂਸੈਟ ਮਾਧਿਅਮ ਦੇ ਰਾਹੀਂ ਕੀਤਾ ਸੀਗਾ। ਤੇ ਇਹ ਸਕੀਮ ਦੇ ਤਹਿਤ ਪੂਰੇ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਜਿਹੜੀ ਸਾਡੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਸਾਡੇ ਪੋਸਟ ਗ੍ਰੈਜੂਏਟ, ਅੰਡਰ ਗ੍ਰੈਜੂਏਟ ਤੇ ਸਰਟੀਫਿਕੇਟ ਡਿਪਲੋਮਾ ਪ੍ਰੋਗਰਾਮ ਬੜੇ ਹੀ ਸਬਸਿਡਾਈਜ਼ ਰੇਟ ਦੇ ਉੱਤੇ ਅਵੇਲੇਬਲ ਕਰਵਾਏ ਗਏ ਸੀਗੇ। ਸਾਨੂੰ ਇਸ ਦੱਸਣ ਦੇ ਵਿੱਚ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਐਜ਼ ਦਾ ਪੰਜਾਬ ਦੇ ਵਿੱਚ ਟ੍ਰੈਡੀਸ਼ਨਲ ਯੂਨੀਵਰਸਿਟੀਆਂ ਦੇ ਨਾਲੋਂ ਸਾਡੀ ਯੂਨੀਵਰਸਿਟੀ ਦੀ, ਜੋ ਕਿ ਇਹ ਪੰਜਾਬ ਸਰਕਾਰ ਦੀ ਪਹਿਲੀ ਓਪਨ ਯੂਨੀਵਰਸਿਟੀ ਹੈ, ਜੋ ਕਿ 550 ਸਾਲਾਂ ਦੇ ਉੱਤੇ ਸਥਾਪਿਤ ਕੀਤੀ ਗਈ ਸੀ, ਜਿਸ ਦਾ ਮੁੱਖ ਮੰਤਵ ਹੀ ਸੇਵਾ ਹੈ। ਤੇ ਇਸ ਲਈ ਇੱਕ ਕਮਰਸ਼ੀਅਲਾਈਜੇਸ਼ਨ ਦੇ ਐਸਪੈਕਟ ਨੂੰ ਛੱਡ ਕੇ ਇੱਕ ਸਿੱਖਿਆ ਦੇ ਆਧਾਰ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਤੇ ਸਾਡੇ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰ ਨੇ ਬਾਕੀ ਟ੍ਰੈਡੀਸ਼ਨਲ ਯੂਨੀਵਰਸਿਟੀ ਦੇ ਕੰਪੈਰੀਟਿਵਲੀ ਇਸ ਦਾ ਫੀਸ ਸਟਰਕਚਰ ਪਹਿਲਾਂ ਹੀ 30 ਤੋਂ 40% ਘੱਟ ਰੱਖਿਆ ਗਿਆ। ਫਰਦਰ ਉਸ ਦੇ ਵਿੱਚ ਸਰਕਾਰੀ ਅਧਿਆਪਕਾਂ ਵਾਸਤੇ ਅਸੀਂ 100% ਐਗਜ਼ੈਂਪਸ਼ਨ ਟਿਊਸ਼ਨ ਫੀਸ ਤੇ ਸਿਕਿਉਰਿਟੀ ਦੇ ਵਿੱਚ ਅਨਾਉਂਸ ਕੀਤੀ। ਤੇ ਲਾਸਟ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਵਾਈਸ ਚਾਂਸਲਰ ਸਾਹਿਬ ਨੇ ਇਸ ਸਕੀਮ ਦਾ ਆਗਾਜ਼ ਕੀਤਾ, ਤਾਂ ਜੋ ਸਾਨੂੰ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਜੋ ਸੁਝਾਅ ਪ੍ਰਾਪਤ ਹੁੰਦੇ ਰਹੇ, ਤਾਂ ਅੱਜ ਦੇ ਪ੍ਰੋਗਰਾਮ ਦੇ ਮੁੱਖ ਮੰਤਵ ਵਜੋਂ ਸਾਨੂੰ ਇਸ ਚੀਜ਼ ਨੂੰ ਅਨਾਉਂਸ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਵੀ ਜੋ ਆਪ ਜੀ ਵੱਲੋਂ ਸੁਝਾਅ ਸਾਨੂੰ ਤੇ ਜੋ ਰਿਕੁਐਸਟ ਸਾਨੂੰ ਟਾਈਮ ਸਿਰ ਮਿਲਦੀਆਂ ਰਹੀਆਂ, ਉਹਨੂੰ ਸਾਡੀ ਯੂਨੀਵਰਸਿਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਤੇ ਹੁਣ ਇਸ ਸਕੀਮ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਨੌਨ ਟੀਚਿੰਗ ਅਮਲੇ ਦੇ ਨਾਲ ਟੀਚਿੰਗ ਅਮਲੇ ਦੇ ਨਾਲ ਨੌਨ ਟੀਚਿੰਗ ਅਮਲੇ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਮੀਨ
ਹੁਣ ਇਹ ਸਕੀਮ ਸਿਰਫ ਅਧਿਆਪਕਾਂ ਤੱਕ ਅਵੇਲੇਬਲ ਨਹੀਂ ਰਹੀ। ਹੁਣ ਇਹ ਸਕੀਮ ਦੇ ਵਿੱਚ ਜੋ ਕਿ ਨਾਨ ਟੀਚਿੰਗ ਦੇ EMPLOYEES ਨੇ, ਚਾਹੇ ਉਹ ਦਫ਼ਤਰਾਂ ਦੇ ਵਿੱਚ ਕੰਮ ਕਰ ਰਹੇ ਹਨ, ਐਡਮਿਨਿਸਟ੍ਰੇਸ਼ਨ ਸਟਾਫ ਦੇ ਵਿੱਚ ਹਨ, ਪ੍ਰਿੰਸੀਪਲਸ ਹਨ, ਚਾਹੇ ਉਹ ਕਲਾਸ 4 EMPLOYE ਕਿਉਂ ਨਹੀਂ ਹਨ, ਉਹ ਇਸ ਸਕੀਮ ਦੇ ਵਿੱਚ ਆ ਕੇ ਬੈਨੀਫਿਟ ਲੈ ਸਕਦੇ ਹਨ। ਇਸ ਸਕੀਮ ਦੇ ਤਹਿਤ ਬਸ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਆਪਣੇ ਸਰਕਾਰ ਇਸ ਡਿਪਾਰਟਮੈਂਟ ਦੇ ਵਿੱਚ ਮੌਜੂਦਾ ਨੌਕਰੀ ਦੇ ਹੋਣ ਦਾ ਇੱਕ ਸਬੂਤ NOC ਸਬਮਿਟ ਕਰਨਾ ਹੁੰਦਾ ਹੈ। ਤੇ ਇਸ ਦੇ ਨਾਲ ਹੀ ਇਸ ਚੀਜ਼ ਦੇ ਵਿੱਚ ਇੱਕ ਚੀਜ਼ ਨੂੰ ਹੋਰ ਵੀ ਅਸੀਂ ਕਲੈਰੀਫਾਈ ਕਰ ਦਿੰਦੇ ਹਾਂ ਵੀ ਇਸ ਸਕੀਮ ਦੇ ਵਿੱਚ ਸਿਰਫ ਰੈਗੂਲਰ EMPLOYE ਨੂੰ ਛੱਡ ਕੇ ਐਡ ਹੌਕ ਤੇ ਕੰਟਰੈਕਚੁਅਲ EMPLOYE ਵੀ ਇਸ ਸਕੀਮ ਦੇ ਵਿੱਚ ਆਦੀ ਸਕੀਮ ਦੇ ਵਿੱਚ ਬੈਨੀਫਿਟ ਲੈ ਸਕਦੇ ਹਨ। ਕਿਉਂਕਿ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੇ ਇਸ ਚੀਜ਼ ਦੇ ਸਰਵੇ ਕਰਕੇ ਬੜੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਸੀਗਾ ਵੀ ਪ੍ਰਾਇਮਰੀ ਕਾਡਰ, ਮਾਸਟਰ ਕਾਡਰ, ਲੈਕਚਰ ਕਾਡਰ, ਜੋ ਕਿ ਸਕੂਲ ਸਿੱਖਿਆ ਵਿਭਾਗ ਦੇ ਡਿਫਰੈਂਟ ਕਾਡਰਸ ਹਨ, ਜਿਨ੍ਹਾਂ ਨੂੰ ਆਪਣੇ ਡਿਪਾਰਟਮੈਂਟ ਦੀ ਪ੍ਰਮੋਸ਼ਨ ਲੈਣ ਵਾਸਤੇ ਇੱਕ ਹਾਇਰ ਐਜੂਕੇਸ਼ਨ ਨੂੰ ਅਚੀਵ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਟ ਡਿਊ ਟੂ देयर ਰੈਗੂਲਰ ਸਰਵਿਸ ਉਹ ਕਿਸੇ ਰੈਗੂਲਰ ਮੋਡੀਅਮ ਦੇ ਵਿੱਚ ਕੋਈ ਡਿਗਰੀ ਨਹੀਂ ਕਰ ਪਾਉਂਦੇ। ਤੇ ਇਸ ਲਈ ਕਿਉਂਕਿ ਇਹ ਪੰਜਾਬ ਸਰਕਾਰ ਵੱਲੋਂ ਸਥਾਪਿਤ ਇੱਕ ਸਰਕਾਰੀ ਯੂਨੀਵਰਸਿਟੀ ਹੈ ਜਿਸ ਦੇ ਸਾਰੇ ਕੋਰਸਿਸ UGC ਡੈਬ ਵੱਲੋਂ, ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਮਾਨਤਾ ਪ੍ਰਾਪਤ ਹਨ, ਤਾਂ ਉਹ ਆਪਣੀ ਸਰਵਿਸ ਦੇ ਨਾਲ ਹੀ ਆਪਣੀ ਕਾਡਰ ਦੇ ਅਕੋਰਡਿੰਗ ਜੋ ਵੀ ਸਾਡੀ ਯੂਨੀਵਰਸਿਟੀ ਵੱਲੋਂ ਕੋਰਸ ਆਫਰ ਕੀਤੇ ਜਾ ਰਹੇ ਹਨ ਉਸ ਦੇ ਵਿੱਚ ਦਾਖਲਾ ਲੈ ਸਕਦੇ ਹਨ। ਸਾਡੀ ਦੂਸਰੀ ਸਕੀਮ ਜੋ ਕਿ ਸਭ ਤੋਂ ਇੱਕ ਇਨੋਵੇਟਿਵ ਉਪਰਾਲਾ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਲਿਆ ਗਿਆ, ਉਹ ਹੈ ਦਿਵਿਆਂਗ ਲਈ। ਇਸ ਸਕੀਮ ਦੇ ਅਧੀਨ ਕੋਈ ਵੀ ਦਿਵਿਆਂਗ ਵਿਦਿਆਰਥੀ ਜੋ ਕਿ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਰੱਖਦਾ ਹੈ, ਉਹ ਇਸ ਸਕੀਮ ਦੇ ਵਿੱਚ ਬਿਨਾਂ ਕਿਸੇ ਫੀਸ ਦੇ ਬਿਲਕੁਲ ਫ੍ਰੀ ਆਫ ਕਾਸਟ ਸਾਡੀ ਯੂਨੀਵਰਸਿਟੀ ਤੋਂ ਕੋਈ ਵੀ ਡਿਗਰੀ, ਕੋਈ ਵੀ ਸਰਟੀਫਿਕੇਟ ਕੋਰਸ ਪ੍ਰਾਪਤ ਕਰ ਸਕਦਾ ਹੈ। ਇਸ ਸਕੀਮ ਦੇ ਵਿੱਚ ਬਸ ਉਸ ਨੂੰ ਆਪਣੀ ਸੰਬੰਧਿਤ ਕੈਟਾਗਰੀ ਦਾ ਇੱਕ ਸਰਟੀਫਿਕੇਟ ਪ੍ਰੂਫ ਸਬਮਿਟ ਕਰਨਾ ਪੈਂਦਾ ਹੈ। ਇਸ ਦੇ ਨਾਲ ਇਹ ਸਕੀਮ ਸਿਰਫ ਇੱਕ ਅਧਿਆਪਕ ਲਈ ਜਾਂ ਗਵਰਨਮੈਂਟ ਟੀਚਰਸ ਜਾਂ EMPLOYEES ਲਈ ਨਹੀਂ ਹੈ, ਇਹ ਸਕੀਮ ਓਪਨ ਟੂ ਆਲ ਹੈ। ਜਾਂ ਸੋਸਾਇਟੀ ਦੇ ਵਿੱਚ ਕਿਸੇ ਵੀ ਵਰਗ ਦਾ ਬੰਦਾ ਜੋ ਕਿ ਇਸ ਸੈਕਸ਼ਨ ਦੇ ਨਾਲ ਸੰਬੰਧਿਤ ਹੈ, ਉਹ ਇਸ ਸਕੀਮ ਦੇ ਅੰਦਰ ਕਵਰ ਹੋ ਸਕਦਾ ਹੈ। Our third scheme is jail inmates। ਇਹ ਸਿੱਖਿਆ ਦਾਤ ਸਕੀਮ। ਇਸ ਸਕੀਮ ਦਾ ਮੁੱਖ ਮੰਤਵ ਜੋ ਕਿ ਕਿਸੇ ਕੁਝ ਸੋਸਾਇਟੀ ਦੇ ਵਿੱਚ ਕਾਰਨਾਂ ਕਰਕੇ ਕੁਝ ਲੋਕ ਗਲਤ ਰਸਤੇ ਤੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਕੋਈ ਜੇਲ ਇਨਮੇਟਸ ਦੇ ਤੌਰ ਦੇ ਉੱਤੇ ਚਲੇ ਜਾਂਦੇ ਹਨ, ਉਹਨਾਂ ਨੂੰ ਆਪਣੀ ਸਿੱਖਿਆ ਨੂੰ ਨਾਲ ਜੋੜਨ ਲਈ ਇੱਕ ਸਿੱਖਿਆ ਦਾਤ ਪ੍ਰੋਗਰਾਮ ਯੂਨੀਵਰਸਿਟੀ ਵੱਲੋਂ ਲਾਂਚ ਕੀਤਾ ਗਿਆ, ਜਿੰਦੇ ਵਿੱਚ ਸਾਨੂੰ ਇਸ ਦੱਸਣ ਦੇ ਵਿੱਚ ਬੜਾ ਮਾਣ ਮਹਿਸੂਸ ਹੁੰਦਾ ਹੈ ਵੀ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਪੂਰੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ 11 ਜੇਲ੍ਹਾਂ ਨੂੰ, ਆਪਣੀਆਂ 10 ਜੇਲ੍ਹਾਂ ਨੂੰ ਟੋਟਲ ਆਪਣਾ ਲਰਨਰ ਸਪੋਰਟ ਸੈਂਟਰ ਵੀ ਐਸਟੈਬਲਿਸ਼ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਲਾਸਟ ਟਾਈਮ ਦੇ ਵਿੱਚ ਉਹਨਾਂ ਜੇਲ੍ਹਾਂ ਦੇ ਵਿੱਚ ਐਗਜ਼ਾਮ ਸੈਂਟਰ ਵੀ ਬਣਾਏ ਗਏ, ਜਿਸ ਵਿੱਚ ਲਗਭਗ ਸਾਡੇ ਤੋਂ 500 ਤੋਂ ਵੀ ਜ਼ਿਆਦਾ ਜੇਲ ਇਨਮੇਟਸ ਨੇ ਆਪਣੀ ਡਿਗਰੀਆਂ ਦੇ ਐਗਜ਼ਾਮ ਦੇ ਵਿੱਚ ਅਪੀਅਰ ਹੋਏ ਹਨ। ਐਂਡ ਥੀਸ ਆਰ ਦੀ ਲਿਸਟ ਆਫ ਦੀ ਪ੍ਰੋਗਰਾਮਸ। ਇਹ ਸਾਡੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਪੋਸਟ ਗ੍ਰੈਜੂਏਟ ਤੇ UG ਪ੍ਰੋਗਰਾਮ ਦੀ ਲਿਸਟ ਹੈ, ਜਿਸ ਦੇ ਵਿੱਚ ਸਾਡੀ ਯੂਨੀਵਰਸਿਟੀ ਵੱਲੋਂ ਸਭ ਤੋਂ ਪਹਿਲਾ ਪ੍ਰੋਗਰਾਮ MA ਪੰਜਾਬੀ, ਮਾਸਟਰ ਆਫ MCOM, ਬੈਚਲਰ ਆਫ ਡੇਟਾ ਸਾਇੰਸ, BCom ਡਿਜੀਟਲ ਐਂਡ BA ਲਿਬਰਲ ਆਰਟਸ। ਤੁਸੀਂ ਇਹ ਸਭ ਧਿਆਨ ਨਾਲ ਦੇਖ ਕੇ ਤੁਹਾਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੋਏਗੀ ਵੀ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ, ਜਿਵੇਂ ਕਿ ਸਰ ਨੇ ਆਨਰੇਬਲ ਰਜਿਸਟਰਾਰ ਸਾਹਿਬ ਨੇ ਦੱਸਿਆ ਵੀ ਜੋ ਕਿ ਸਮੇਂ ਦੀ ਲੋੜ ਹੈ, ਹਰ ਇੱਕ ਅਧਿਆਪਕ ਵਰਗ ਨੂੰ ਆਪਣੇ ਟਾਈਮ ਦੇ ਨਾਲ ਜੋ ਵੀ ਸੋਸਾਇਟੀ ਦੇ ਵਿੱਚ ਟ੍ਰੈਂਡਸ ਦੇ ਵਿੱਚ ਅਪਡੇਟਸ ਹੋ ਰਹੀਆਂ ਤਾਂ ਉਸ ਦੇ ਨਾਲ ਆਪ ਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਤੇ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਯੂਨੀਵਰਸਿਟੀ ਵੱਲੋਂ ਹਰ ਇੱਕ ਡਿਗਰੀ ਪ੍ਰੋਗਰਾਮ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਨੂੰ ਵੀ ਇਸੇ ਹੀ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਅੱਜ ਦੇ ਟ੍ਰੈਂਡ ਦੇ ਵਿੱਚ ਆਪ ਨੂੰ ਅਪਡੇਟ ਕਰ ਸਕਣ। ਇਸ ਤੋਂ ਇਲਾਵਾ ਜੋ ਕੋਈ ਵੀ ਅਧਿਆਪਕ ਵਰਗ ਜਾਂ ਕੋਈ ਹੋਰ ਵਰਗ ਜੋ ਡਿਗਰੀ ਪ੍ਰੋਗਰਾਮ ਤੋਂ ਇਲਾਵਾ ਸਮੇਂ-ਸਮੇਂ ਤੇ ਆਦੀ ਅਕੋਰਡਿੰਗ ਟੂ ਦਾ ਸਪੈਸ਼ਲਾਈਜੇਸ਼ਨ ਤੇ ਰਿਕੁਆਇਰਮੈਂਟ ਕਿਸੇ ਚੀਜ਼ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਨੌਲੇਜ ਦੇ ਵਿੱਚ, ਚਾਹੇ ਉਹ IT ਬੈਕਗ੍ਰਾਉਂਡ ਦੇ ਹਨ, ਕਾਮਰਸ ਬੈਕਗ੍ਰਾਉਂਡ ਦੇ ਹਨ, ਸੋਸ਼ਲ ਸਾਇੰਸ ਬੈਕਗ੍ਰਾਉਂਡ ਦੇ ਹਨ, ਤਾਂ ਸਾਡੀ ਯੂਨੀਵਰਸਿਟੀ ਵੱਲੋਂ 6 ਮੰਥਸ ਦੇ ਸਰਟੀਫਿਕੇਟ ਪ੍ਰੋਗਰਾਮਸ ਵੀ ਅਵੇਲੇਬਲ ਕੀਤੇ ਗਏ ਹਨ। ਇਹ ਸਰਟੀਫਿਕੇਟ ਪ੍ਰੋਗਰਾਮ ਫਰਦਰ ਇੱਕ 6 ਮੰਥਸ ਦੀ ਐਕਸਟੈਂਸ਼ਨ ਦੇ ਨਾਲ ਟੋਟਲ 1 ਈਅਰ ਡਿਊਰੇਸ਼ਨ ਦੇ ਨਾਲ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਵੀ ਕਨਵਰਟ ਹੋ ਜਾਂਦੇ ਹਨ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮੇਜਰ ਪ੍ਰੋਗਰਾਮ ਆਰਟੀਫੀਸ਼ੀਅਲ ਇੰਟੈਲੀਜੈਂਸ, ਮੋਬਾਈਲ ਐਪਲੀਕੇਸ਼ਨਸ, ਵੈਬ ਐਪਲੀਕੇਸ਼ਨ, ਸਾਈਬਰ ਸਿਕਿਉਰਿਟੀ ਤੇ ਕਾਮਰਸ ਦੇ ਪੁਆਇੰਟ ਆਫ ਵਿਊ ਨਾਲ GST ਫਾਈਲਿੰਗ ਐਂਡ ਪ੍ਰੈਕਟਿਸ, ਇਨਕਮ ਟੈਕਸ ਐਂਡ ਫਾਈਲਿੰਗ ਐਂਡ ਡਾਕੂਮੈਂਟੇਸ਼ਨ, ਡਿਜੀਟਲ ਮਾਰਕੀਟਿੰਗ। ਅਤੇ ਸਾਡਾ ਇੱਕ ਸਪੈਸ਼ਲ ਪ੍ਰੋਗਰਾਮ ਹੈ ਜੋ ਕਿ ਸਪੈਸੀਫਿਕਲੀ ਡਿਜ਼ਾਈਨ ਕੀਤਾ ਗਿਆ ਹੈ ਸਕੂਲ ਐਜੂਕੇਸ਼ਨ ਦੇ ਵਾਸਤੇ, ਕ੍ਰੀਏਟੀਵਿਟੀ ਐਂਡ ਇਨੋਵੇਸ਼ਨ ਇਨ ਸਕੂਲ ਐਜੂਕੇਸ਼ਨ। ਇਹ ਸਾਰੇ ਹੀ ਪ੍ਰੋਗਰਾਮ ਜੋ ਕਿ ਯੂਨੀਵਰਸਿਟੀ ਦੇ ਜਨਰਲ ਫੀਸ ਸਟਰਕਚਰ ਦੇ ਅਕੋਰਡਿੰਗ 4 ਤੋਂ 6,000 ਹੈ, ਬਟ ਇੱਕ ਗਵਰਨਮੈਂਟ ਟੀਚਰ ਸਕੀਮ ਦੇ ਅਧੀਨ ਇਹ ਪ੍ਰੋਗਰਾਮ ਸਾਰੇ 2200 ਦੇ ਵਿੱਚ ਹੀ ਅਵੇਲੇਬਲ ਹੋ ਰਹੇ ਹਨ ਗਵਰਨਮੈਂਟ ਟੀਚਰ ਸਕੀਮ ਦੇ ਵਿੱਚ। ਇਸ ਦੇ ਨਾਲ ਹੀ ਮੈਂ ਜੋ UG ਤੇ PG ਪ੍ਰੋਗਰਾਮ ਦੇ ਬਾਰੇ ਵੀ ਡਿਟੇਲ ਦੇ ਵਿੱਚ ਦੱਸਿਆ ਹੈ, ਇਸ ਸਕੀਮ ਦੇ ਵਿੱਚ ਵੀ ਜਿਵੇਂ ਦੱਸਿਆ ਵੀ ਯੂਨੀਵਰਸਿਟੀ ਨੇ 100% ਐਗਜ਼ੈਂਪਸ਼ਨ ਕੀਤੀ ਹੈ ਟਿਊਸ਼ਨ ਫੀਸ ਸੈਗਮੈਂਟ ਦੇ ਵਿੱਚ, ਤਾਂ ਇਸ ਫੀਸ ਦੇ ਵਿੱਚ ਵੀ ਆਲਮੋਸਟ 50% ਫੀਸ ਗਵਰਨਮੈਂਟ ਟੀਚਰਸ ਵਾਸਤੇ ਅਵੇਲੇਬਲ ਹੈ। ਇਸ ਦੇ ਨਾਲ ਸਾਨੂੰ ਇਸ ਦੱਸਣ ਦੇ ਵਿੱਚ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਯੂਨੀਵਰਸਿਟੀ ਨੇ ਆਪਣੇ ਕੋਰਸਿਸ ਚਲਾਉਣ ਦੇ ਨਾਲ ਕਿਉਂਕਿ ਇਹ
ODL ਮੋਡ ਓਪਨ ਡਿਸਟੈਂਸ ਲਰਨਿੰਗ ਮੋਡ ਦੇ ਨਾਲ ਸਾਡਾ ਇੱਕ ਮੰਤਵ ਹੈ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਵਰਗ ਕਿਸੇ ਹੋਰ ਰੀਜ਼ਨਾਂ ਦੇ ਕਰਕੇ ਆਦੀ ਰੈਗੂਲਰ ਡਿਗਰੀ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੂੰ ਆਊਟਰੀਚ ਤਰੀਕੇ ਦੇ ਨਾਲ ਕਿਸੇ ਵੀ ਮੰਤਵ ਦੇ ਨਾਲ ਆਪਣੀ ਸਿੱਖਿਆ ਨੂੰ ਘਰ ਘਰ ਦੇ ਵਿੱਚ ਪਹੁੰਚਾਉਣਾ ਹੈ। ਤਾਂ ਯੂਨੀਵਰਸਿਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 103 ਲਰਨਰ ਸਪੋਰਟ ਸੈਂਟਰ ਐਸਟੈਬਲਿਸ਼ ਕੀਤੇ ਹਨ। ਤਾਂ ਇਹ ਸਾਡੇ ਪ੍ਰੋਗਰਾਮ ਦੀ ਲਿਸਟ ਹੈ ਜੋ ਕਿ ਅਸੀਂ ਥਰੂ ਲਰਨਰ ਸਪੋਰਟ ਸੈਂਟਰ ਅਵੇਲੇਬਲ ਕਰਵਾ ਰਹੇ ਹਾਂ। ਇਹਨਾਂ ਸਾਰੇ ਲਰਨਰ ਸਪੋਰਟ ਸੈਂਟਰ ਦੀ ਲਿਸਟ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ। ਇਸ ਲਰਨਰ ਸਪੋਰਟ ਸੈਂਟਰ ਦੇ ਵਿੱਚ ਅਸੀਂ ਇਸ ਚੀਜ਼ ਨੂੰ ਬਿਲਕੁਲ ਬੜੇ ਮਾਣ ਨਾਲ ਕਹਿੰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚੋਂ ਜਿੰਨੀਆਂ ਵੀ ਯੂਨੀਵਰਸਿਟੀਆਂ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਏਰੀਆ ਦੇ ਵਿੱਚ ਐਸਟੈਬਲਿਸ਼ ਹਨ, ਜਿੱਥੋਂ ਦੇ ਏਰੀਏ ਦੇ ਬੱਚੇ ਉੱਥੋਂ ਦੇ ਰੈਗੂਲਰ ਕਾਲਜਾਂ ਦੇ ਵਿੱਚ ਡਿਗਰੀ ਜਾਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਪ੍ਰਾਪਤ ਕਰ ਰਹੇ ਹਨ। ਤਾਂ ਉਹ ਜਿਹੜੇ ਵੀ ਕਾਲਜ ਸਾਡੀ ਯੂਨੀਵਰਸਿਟੀ ਦੇ ਲਰਨਰ ਸਪੋਰਟ ਸੈਂਟਰ ਵਜੋਂ ਸਥਾਪਿਤ ਵੀ ਨੇ, ਉਹ ਆਪਣੀ ਡਿਗਰੀ ਪ੍ਰੋਗਰਾਮ ਦੇ ਨਾਲ ਕਿਸੇ ਵੀ ਸਰਟੀਫਿਕੇਟ ਜਾਂ ਡਿਪਲੋਮਾ ਪ੍ਰੋਗਰਾਮ ਨੂੰ ਐਜ਼ ਅ ਐਡ ਆਨ ਸਾਡੇ ਕੋਲੋਂ ਕਰ ਸਕਦੇ ਹਨ। ਵੈਸੇ ਵੀ ਹੁਣ UGC ਨੇ ਡਿਊ ਡਿਗਰੀ ਪ੍ਰੋਗਰਾਮ ਦੇ ਥੀਮ ਥਰੂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਡਿਊ ਡਿਗਰੀ ਪ੍ਰੋਗਰਾਮ ਦੀ ਪ੍ਰੋਵੀਜ਼ਨ ਹੈ ਤੇ ਸਪੈਸੀਫਿਕਲੀ ਇਸ ਚੀਜ਼ ਦੇ ਉੱਤੇ ਫੋਕਸ ਕੀਤਾ ਗਿਆ ਹੈ ਕਿ ਇੱਕ ਕੈਂਡੀਡੇਟ ਇੱਕ ਪ੍ਰੋਗਰਾਮ ਤੋਂ ਇਲਾਵਾ ਦੂਸਰੇ ਪ੍ਰੋਗਰਾਮ ਦੇ ਵਿੱਚ ਵੀ ਐਨਰੋਲਮੈਂਟ ਕਰਵਾ ਸਕਦਾ ਹੈ। ਇਸੇ ਲਈ ਸਾਡੀ ਯੂਨੀਵਰਸਿਟੀ ਵੱਲੋਂ 103 ਲਰਨਰ ਸਪੋਰਟ ਸੈਂਟਰ ਦੇ ਵਿੱਚ ਇਹ ਡਿਫਰੈਂਟ ਪ੍ਰੋਗਰਾਮਸ ਅਵੇਲੇਬਲ ਕਰਾਏ ਗਏ ਹਨ। ਇਹ ਹੈ ਸਾਡਾ ਆਨਲਾਈਨ ਐਡਮਿਸ਼ਨ ਪ੍ਰੋਸੀਜਰ। ਜਦੋਂ ਵੀ ਕੋਈ ਅਧਿਆਪਕ ਜਾਂ ਨੌਨ ਅਧਿਆਪਕ ਵਰਗ ਜੋ ਕਿ ਕਿਸੇ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਹ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ psou.ac.in ਜਾਂ ਫਿਰ ਡਾਇਰੈਕਟਲੀ admissions.psou.ac.in ਤੇ ਜਾ ਕੇ ਯੂਨੀਵਰਸਿਟੀ ਦੇ ਪੇਜ ਜੋ ਕਿ ਹਾਈਲਾਈਟ ਦੇ ਤੌਰ ਤੇ ਦਿਖਾਇਆ ਵੀ ਗਿਆ ਹੈ, ਡਾਇਰੈਕਟ ਐਡਮਿਸ਼ਨ ਯੂਨੀਵਰਸਿਟੀ ਐਡਮਿਸ਼ਨ ਦੇ ਬਟਨ ਤੇ ਕਲਿੱਕ ਕਰਕੇ ਇੱਕ ਜਨਰਲ ਰਜਿਸਟ੍ਰੇਸ਼ਨ ਫਾਰਮ ਨੂੰ ਫਿਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਰਜਿਸਟ੍ਰੇਸ਼ਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਪ੍ਰੋਵੀਜ਼ਨ ਐਡਮਿਸ਼ਨ ਲੈਟਰ ਆਨਲਾਈਨ ਹੀ ਅਵੇਲੇਬਲ ਹੋ ਜਾਏਗਾ। ਔਰ ਜਿੱਦਾਂ ਕਿ ਦੱਸਿਆ ਵੀ ਇੱਕ ODL ਮੋਡ ਦੇ ਵਿੱਚ ਡਿਗਰੀ ਦੇ ਵਿੱਚ ਤੁਹਾਨੂੰ ਤੁਹਾਡਾ ਲਰਨਿੰਗ ਮਟੀਰੀਅਲ, ਤੁਹਾਡਾ ਸਟੱਡੀ ਮਟੀਰੀਅਲ, ਤੁਹਾਡਾ ਆਡੀਓ ਵੀਡੀਓ ਲਰਨਿੰਗ ਕੰਟੈਂਟ ਈਚ ਐਂਡ ਐਵਰੀਥਿੰਗ ਤੁਹਾਡੇ ਲੌਗਇਨ ਅਕਾਊਂਟਸ ਦੇ ਵਿੱਚ ਤੁਹਾਨੂੰ ਆਨਲਾਈਨ ਹੀ ਅਵੇਲੇਬਲ ਹੋਏਗਾ ਔਰ ਇੱਕ ਫਲੈਕਸੀਬਲ ਲਰਨਿੰਗ এনवायरमेंट ਦੇ ਪੁਆਇੰਟ ਆਫ View ਦੇ ਨਾਲ ਅਵੇਲੇਬਲ ਹੋਏਗਾ। ਕਿਸੇ ਵੀ ਸਟੂਡੈਂਟ ਨੂੰ ਕੋਈ ਟਾਈਮ ਬਾਉਂਡੇਸ਼ਨ ਨਹੀਂ ਰੱਖੀ ਗਈ ਵੀ ਕੋਈ ਇੱਕ ਟਾਈਮ ਦਾ ਕੰਸਟ੍ਰੇਂਟ ਹੈ। ਐਸ ਪਰ ਯੂਅਰ ਕਨਵੀਨੀਅੰਸ ਤੁਹਾਨੂੰ ਤੁਹਾਡਾ ਕੰਟੈਂਟ ਤੁਹਾਡੇ ਲੌਗਇਨਸ ਦੇ ਵਿੱਚ ਅਵੇਲੇਬਲ ਹੁੰਦਾ ਹੈ। ਤੁਸੀਂ ਆਪਣੀ ਅਵੇਲੇਬਿਲਿਟੀ ਦੇ ਅਕੋਰਡਿੰਗ ਆਪਣਾ ਕੰਟੈਂਟ ਨੂੰ ਐਕਸੈਸ ਕਰ ਸਕਦੇ ਹੋ। ਔਰ ਇਹ ਸਾਡਾ ਯੂਨੀਵਰਸਿਟੀ ਦਾ ਐਡਮਿਸ਼ਨ ਹੈਲਪਲਾਈਨ ਨੰਬਰ ਹੈ, ਦੈਟ ਇਜ਼ 9463082523। ਤੇ ਜੇ ਕੋਈ ਵੀ ਅਧਿਆਪਕ ਵਰਗ ਜਾਂ ਕੋਈ ਵੀ ਇਸ ਚੀਜ਼ ਦੇ ਸੁਝਾਅ ਦੇ ਵਜੋਂ ਕਿਸੇ ਚੀਜ਼ ਦੇ ਵਿੱਚ ਸਾਨੂੰ ਕੋਈ ਯੂਨੀਵਰਸਿਟੀ ਨੂੰ ਆਪਣਾ ਕੁਝ ਇਨਪੁਟ ਦੇਣਾ ਚਾਹੁੰਦਾ ਹੈ, ਉਹ ਤਾਂ ਸਾਡੀ ਯੂਨੀਵਰਸਿਟੀ ਦੀ ਐਡਮਿਸ਼ਨ ਹੈਲਪਲਾਈਨ ਤੇ ਵੀ ਆਪਣੇ ਸੁਝਾਅ ਦੇ ਸਕਦੇ ਹਨ ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇ ਕੋਈ SCRT ਦੇ ਅਫੀਸ਼ੀਅਲ ਸਾਡੇ ਤੋਂ ਕਿਸੇ ਹੋਰ ਚੀਜ਼ ਬਾਰੇ ਕਲੈਰੀਫਿਕੇਸ਼ਨ ਲੈਣਾ ਚਾਹੁੰਦੇ ਹਨ ਤਾਂ ਸਰ ਯੂ ਪਲੀਜ਼ ਆਸਕ। ਇੱਕ ਛੋਟੀ ਜੀ ਗੱਲ ਮੈਂ ਹੋਰ ਕਰਨਾ ਚਾਹਾਂਗਾ। ਤੁਸੀਂ ਦੇਖਿਆ ਹੋਣਾ ਹੈ ਕਿ ਜਿੰਨੇ ਵੀ ਕੋਰਸਸ ਅਸੀਂ ਆਫਰ ਕਰ ਰਹੇ ਹਾਂ, ਕਈ ਵਾਰੀ ਲੱਗਦਾ ਹੈ ਕਿ ਬੜੇ ਥੋੜੇ ਡਿਗਰੀ ਕੋਰਸਸ ਹੈਗੇ ਨੇ, ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੀ ਯੂਨੀਵਰਸਿਟੀ ਬੜੀ ਜ਼ਿੰਮੇਵਾਰੀ ਦੇ ਨਾਲ ਕਿ ਜਿਹੜੇ ਕੋਰਸਸ ਜਿਹੜੇ ਡੈਬ UGC ਵੱਲੋਂ ਅਪਰੂਵਡ ਨੇ, ਜਿਨ੍ਹਾਂ ਦੀਆਂ ਅਸੀਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹਾਂ, ਉਹਨਾਂ ਕੋਰਸਸ ਨੂੰ ਹੀ ਅਸੀਂ ਸ਼ੁਰੂ ਕੀਤਾ। ਕੋਈ ਵੀ ਇਦਾਂ ਦਾ ਕੋਰਸ ਜਿਹਦੀ ਅਸੀਂ ਜਿਹੜੇ ਮਾਨਤਾ ਪ੍ਰਾਪਤ ਨਹੀਂ ਹੈ UGC ਵੱਲੋਂ, ਉਹ ਹਲੇ ਅਸੀਂ ਨਹੀਂ ਸ਼ੁਰੂ ਕੀਤੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਉਹ ਰਿਕੁਆਇਰਮੈਂਟਸ ਨੂੰ ਪੂਰਾ ਕਰਾਂਗੇ ਤੇ ਹੋਰ ਇਹਨਾਂ ਕੋਰਸਸ ਨੂੰ ਵੀ ਵਧਾਵਾਂਗੇ। ਔਰ ਇਹਦੇ ਵਿੱਚ ਮੈਨੂੰ ਪਤਾ ਹੈ ਕਿ ਸ਼ਾਇਦ ਸਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਵੀ ਇਸ ਟਾਈਮ ਐਸੋਸੀਏਟਡ ਹੈਗੇ ਨੇ, ਟੀਚਰਸ ਵੀ ਐਸੋਸੀਏਟਡ ਹੈਗੇ ਨੇ। ਤਾਂ ਜਿਵੇਂ ਇੰਪਲੋਏਬਿਲਿਟੀ ਰਿਲੇਟਡ ਕੋਰਸਸ ਹੈਗੇ ਆ, ਜਦੋਂ ਅਸੀਂ ਪੰਜਾਬ ਸਰਕਾਰ ਦੀ ਕਿਸੇ ਵੀ ਜੌਬ ਦੇ ਲਈ ਅਪਲਾਈ ਕਰਦੇ ਹਾਂ ਤਾਂ ਉੱਥੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜਾ ਕੰਪਿਊਟਿੰਗ ਸਕਿੱਲਸ ਦੇ ਉੱਤੇ ਰਿਲੇਟਡ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ। ਤਾਂ ਸਾਡੇ ਵੱਲੋਂ ਜਿਹੜਾ ਇੱਕ 6 ਮੰਥਸ ਦਾ ਕੋਰਸ ਹੈਗਾ ਜਿਹੜਾ ਆਫਿਸ ਆਟੋਮੇਸ਼ਨ ਐਂਡ ਈ-ਗਵਰਨੈਂਸ ਵਾਲਾ, ਇਹ ਜੇ ਕਿਸੇ ਬੱਚੇ ਨੇ ਇਹ ਵਾਲਾ ਕੋਰਸ ਦੀ ਸਰਟੀਫਿਕੇਸ਼ਨ ਲਈ ਹੈ ਤਾਂ ਉਹ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਕੋਈ ਵੀ ਪੋਸਟ ਨਿਕਲਦੀ ਹੈ ਜਾਂ ਸੈਂਟਰਲ ਗਵਰਨਮੈਂਟ ਪੋਸਟ ਨਿਕਲਦੀ ਹੈ ਤਾਂ ਉਹਦੀ ਮਾਨਤਾ ਪ੍ਰਾਪਤ ਹੁੰਦਾ। ਸੋ ਇਹਦੇ ਨਾਲ ਜਿਵੇਂ ਮਤਲਬ ਜਿੰਨੇ ਵੀ ਅਸੀਂ ਕੋਰਸ ਡਿਜ਼ਾਈਨ ਕੀਤੇ ਹੈ, ਉਹ ਸਟੂਡੈਂਟਸ ਦੀ ਇੰਪਲੋਏਬਿਲਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਕੀਤੇ ਹੈ। ਔਰ ਜਿਵੇਂ ਸਾਡੇ ਐਗਜ਼ਿਸਟਿੰਗ EMPLOYEES ਹੈਗੇ ਜਾਂ ਟੀਚਰਸ ਹੈਗੇ ਆ, ਕਈ ਕੋਰਸਿਸ ਸਾਡੇ ਬਹੁਤ ਇਨੋਵੇਟਿਵ ਨੇ। ਜਿਵੇਂ ਤੁਸੀਂ ਦੇਖੋਗੇ ਕਿ 13ਵੇਂ ਨੰਬਰ ਤੇ ਸਾਡਾ ਕੋਰਸ ਹੈ ਦ ਸਾਇੰਸ ਆਫ ਹੈਪੀਨੈਸ ਐਟ ਵਰਕ, ਕਿਉਂਕਿ ਸਾਨੂੰ ਪਤਾ ਹੈ ਕਿ ਟੀਚਰਸ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਜਦੋਂ ਆਪਣੇ ਕਲਾਸਰੂਮਸ ਦੇ ਵਿੱਚ ਇੱਕ ਵਧੀਆ ਮਾਹੌਲ
ਕ੍ਰੀਏਟ ਕਰਦੇ ਆ, ਪੋਜ਼ਿਟਿਵ ਵਾਈਬਸ ਕ੍ਰੀਏਟ ਕਰਨੀਆਂ ਹੁੰਦੀਆਂ ਇੱਕ ਟੀਚਰ ਨੇ, ਤਾਂ ਉਹਦੇ ਲਈ ਵੀ ਅਸੀਂ ਜਿਹੜੇ ਇੱਕ ਸ਼ਾਰਟ ਟਰਮ ਪ੍ਰੋਗਰਾਮਸ ਡਿਜ਼ਾਈਨ ਕੀਤੇ ਆ। ਬੜੇ ਬੱਚਿਆਂ ਦਾ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਰੁਝਾਨ ਹੈ, ਜਾਂ ਕਾਰਪੋਰੇਟ ਸੈਕਟਰ ਦੇ ਵਿੱਚ ਵੀ ਜਦੋਂ ਆਪਾਂ ਜਾਂਦੇ ਹਾਂ ਤਾਂ ਕਮਿਊਨੀਕੇਸ਼ਨ ਸਕਿੱਲਸ ਦੇ ਉੱਤੇ ਬੜਾ ਜ਼ਿਆਦਾ ਫੋਕਸ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਅੱਛੀਆਂ ਕਮਿਊਨੀਕੇਸ਼ਨ ਸਕਿੱਲਸ ਹੋਣੀਆਂ ਚਾਹੀਦੀਆਂ। ਤੇ ਇਫੈਕਟਿਵ ਬਿਜ਼ਨਸ ਐਂਡ ਸੋਸ਼ਲ ਕਮਿਊਨੀਕੇਸ਼ਨ ਅਸੀਂ ਪ੍ਰੋਗਰਾਮ ਡਿਜ਼ਾਈਨ ਕੀਤਾ। ਫਿਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕੋਈ ਛੋਟਾ ਮੋਟਾ ਆਪਾਂ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਵੱਡਾ ਅਨੇਬਲਰ ਹੈ, ਉਹਦੇ ਨਾਲ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਤਾਂ ਉਹਦੀਆਂ ਇਨਪੁਟਸ ਰਿਲੇਟਡ ਜਿਵੇਂ ਅਸੀਂ ਡਿਜੀਟਲ ਮਾਰਕੀਟਿੰਗ ਦਾ ਇੱਕ ਕੋਰਸ ਸ਼ੁਰੂ ਕੀਤਾ ਹੈ ਕਿ ਜੇ ਤੁਸੀਂ ਕੋਈ ਛੋਟਾ ਮੋਟਾ ਵੀ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਦੇ ਹੋ ਜਾਂ ਕੋਈ ਕਿਸੇ ਵੀ ਚੀਜ਼ ਨੂੰ ਆਪਣੀ ਜਿਹੜੀ ਬਾਕੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਜਿਹੜੀ ਟੈਕਨੋਲੋਜੀ ਨੂੰ ਤੁਸੀਂ ਕਿਵੇਂ ਫਾਇਦਾ ਲੈ ਸਕਦੇ ਹੋ। ਫਿਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਾਡੇ ਕੋਰਸਿਸ ਨੇ ਜਿਹੜੇ ਕਿ ਆਪਾਂ ਨੂੰ ਸਾਡੇ ਆਪਣੇ ਰਿਲੀਜੀਅਸ ਵੈਲਿਊਜ਼, ਆਪਣੇ ਐਥਿਕਸ ਨਾਲ ਕਿਵੇਂ ਜੁੜਨਾ, ਉਹਦੇ ਉੱਤੇ ਵੀ ਸਾਡੇ ਕੋਰਸਿਸ ਅਵੇਲੇਬਲ ਹੈਗੇ ਆ। ਸੋ ਅੱਜ ਕੱਲ੍ਹ ਜਿਵੇਂ ਇਨਕਮ ਟੈਕਸ ਫਾਈਲਿੰਗ, GST ਫਾਈਲਿੰਗ ਦੇ ਉੱਤੇ ਜੇ ਤੁਹਾਡੀਆਂ ਸਕਿੱਲਸ ਹੈਗੀਆਂ ਨੇ ਤਾਂ ਆਪਾਂ ਨੂੰ ਪਤਾ ਹੈ ਕਿ ਮਾਰਕੀਟ ਦੇ ਵਿੱਚ ਇਹਨਾਂ ਚੀਜ਼ਾਂ ਦੀ ਬੜੀ ਡਿਮਾਂਡ ਹੈ। ਸੋ ਅਸੀਂ ਉਹਦੇ ਉੱਤੇ ਵੀ ਆਪਣੇ ਕੋਰਸਿਸ ਜਿਹੜੇ ਹੈਗੇ ਆ ਉਹ ਡਿਵੈਲਪ ਕੀਤੇ ਆ। ਔਰ ਸਾਡੇ ਜਿਹੜੇ ਸਾਰੇ ਕੋਰਸਿਸ ਨੇ ਤੁਸੀਂ ਦੇਖੋਗੇ ਕਿ ਕੋਈ ਏਜ ਬਾਰ ਨਹੀਂ ਆ ਉਹਦੇ ਵਿੱਚ, ਔਰ ਬੜੀ ਕਨਵੀਨੀਅੰਟ ਤੇ ਫਲੈਕਸੀਬਲ ਲਰਨਿੰਗ ਹੈ ਕਿ ਉਹਨਾਂ ਦੇ ਤੁਹਾਨੂੰ ਵੀਡੀਓਜ਼ ਵੀ ਅਵੇਲੇਬਲ ਹੋਣਗੇ ਜਿਹੜੇ ਕਿ ਅਸੀਂ ਬਹੁਤ ਫਾਸਟ ਜਿਹੜਾ ਹੈਗਾ ਇਹਦੇ ਉੱਤੇ ਕੰਮ ਕੀਤਾ ਹੈਗਾ। ਬਹੁਤ ਸਾਰੇ ਵੀਡੀਓਜ਼ ਬਣਾ ਲਏ ਗਏ ਨੇ, ਹੋਰ ਵੀ ਰੈਗੂਲਰਲੀ ਅਸੀਂ ਬਣਾ ਰਹੇ ਹਾਂ। ਸਾਡੀ ਮੋਸਟ ਆਫ ਦਾ ਫੈਕਲਟੀ ਜਿਹੜੀ ਹੈਗੀ ਆ ਦੈਟ ਇਜ਼ ਹਾਈਲੀ ਕੁਆਲੀਫਾਈਡ ਫੈਕਲਟੀ, ਸਾਰੇ ਅਲੱਗ-ਅਲੱਗ ਵਧੀਆ ਇੰਸਟੀਟਿਊਸ਼ਨਸ ਤੋਂ PhD ਫੈਕਲਟੀ ਸਾਡੇ ਕੋਲ ਹੈਗੀ ਆ। ਫਿਰ ਅਸੀਂ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਔਰ ਜਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਆਪਾਂ ਜਾਣਦੇ ਹਾਂ ਕਿ ਜੋ ਤੁਸੀਂ ਪੜ੍ਹਦੇ ਹੋ ਉਹਦਾ ਤੁਹਾਨੂੰ ਫਾਇਦਾ ਅੱਗੇ ਮਿਲਣਾ ਚਾਹੀਦਾ, ਕਿ ਉਹ ਕ੍ਰੈਡਿਟ ਜਿਹੜੇ ਤੁਸੀਂ ਅਰਨ ਕੀਤੇ ਉਸ ਪਾਰਟਿਕੂਲਰ ਕੋਰਸ ਨੂੰ ਕਰਕੇ, ਤਾਂ ਕੀ ਤੁਸੀਂ ਜਦੋਂ ਕਿਤੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਜਾਂ ਕਿਸੇ ਹੋਰ ਸਟੇਟ 'ਚ ਜਾ ਕੇ ਉਹਨਾਂ ਕੋਰਸਿਸ ਦਾ ਜੇ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਸਾਡੀ ਯੂਨੀਵਰਸਿਟੀ ਨੇ ਅਕੈਡਮਿਕ ਬੈਂਕ ਆਫ ਕ੍ਰੈਡਿਟ ਜਿਹੜਾ ਸਿਸਟਮ ਹੈ ਉਹਨੂੰ ਵੀ ਅਡਾਪਟ ਕੀਤਾ, ਔਰ ਇਹ ਕ੍ਰੈਡਿਟ ਟ੍ਰਾਂਸਫਰ ਜਿਹੜੇ ਹੈਗੇ ਆ ਉਹ ਤੁਹਾਡੇ ਲਈ ਪੋਸੀਬਲ ਹੋਣਗੇ। ਸੋ ਸਟੱਡੀ ਮਟੀਰੀਅਲ, ਸੋ ਨਾਟ ਜਸਟ ਕਿ ਅਸੀਂ ਵੀਡੀਓਜ਼ ਡਿਵੈਲਪ ਕੀਤੇ, ਅੱਛਾ ਕੰਟੈਂਟ ਖੁਦ ਵੀ ਡਿਵੈਲਪ ਕੀਤਾ, ਔਰ ਅਸੀਂ ਬਹੁਤ ਸਾਰੇ MOUs ਸਾਈਨ ਕੀਤੇ ਜਿਨ੍ਹਾਂ ਦੇ ਨਾਲ ਜਿਹੜਾ ਅੱਛਾ ਕੰਟੈਂਟ ਹੋਰ ਇੰਸਟੀਟਿਊਸ਼ਨ ਦੇ ਵਿੱਚ ਜਿਵੇਂ IGNOU ਹੈ ਜਾਂ ਹੋਰ ਓਪਨ ਯੂਨੀਵਰਸਿਟੀਜ਼ ਹੈ ਉਹਨਾਂ ਤੋਂ ਵੀ ਜਿਹੜਾ ਇੱਕ ਅੱਛਾ ਕੰਟੈਂਟ ਹੈ ਉਹ ਅਸੀਂ ਉਹਨਾਂ ਨਾਲ MOU ਕਰਕੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਨਾਟ ਜਸਟ ਵੀਡੀਓਜ਼, ਜਿਹੜਾ ਕੰਟੈਂਟ ਵੀ ਤੁਹਾਨੂੰ ਫ੍ਰੀਲੀ ਅਵੇਲੇਬਲ ਹੈ। ਫਿਰ ਅਸੀਂ ਸਾਰੇ ਕੰਟੈਂਟ ਨੂੰ ਜਿਵੇਂ 4 ਕੁਆਡਰੈਂਟਸ ਦੇ ਵਿੱਚ ਵੰਡਦੇ ਹਾਂ ਕਿ ਇਹ ਸਿਰਫ ਇਹ ਨਹੀਂ ਹੈ ਕਿ ਤੁਸੀਂ ਵੀਡੀਓਜ਼ ਦੇਖ ਲਏ ਜਾਂ ਪੜ੍ਹ ਲਏ, ਪਰ ਜੇ ਤੁਸੀਂ ਆਪਣੇ ਆਊਟਕਮਸ ਦੇਖਣੇ ਆ ਕਿ ਤੁਹਾਨੂੰ ਉਹ ਸਮਝ ਵੀ ਆਇਆ ਕਿ ਨਹੀਂ ਆਇਆ ਨਾ, ਫਿਰ ਉਹਦੇ ਲਈ ਜਿਵੇਂ ਅਸੀਂ ਕਹਿੰਦੇ ਹਾਂ ਕਿ 4 ਕੁਆਡਰੈਂਟਸ ਕਿ ਕੰਟੈਂਟ ਡਿਵੈਲਪ ਕੀਤੇ, ਟਿਊਟੋਰੀਅਲਸ ਵੀ ਅਸੀਂ ਡਿਵੈਲਪ ਕੀਤੇ ਆ, ਬਹੁਤ ਸਾਰੇ ਵੈਬ ਰਿਸੋਰਸਿਸ ਦੀ ਐਕਸੈਸ ਵੀ ਅਸੀਂ ਆਪਣੇ ਸਟੂਡੈਂਟਸ ਨੂੰ ਦਿੰਦੇ ਆ, ਔਰ ਸਾਡੇ ਟੀਚਰਸ ਜਿਹੜੇ ਹੈਗੇ ਆ ਉਹ ਅਵੇਲੇਬਲ ਵੀ ਹੁੰਦੇ ਆ ਸਟੂਡੈਂਟਸ ਦੇ ਡਾਊਟ ਕਲੀਅਰ ਕਰਨ ਦੇ ਲਈ। ਡਿਸਕਸ਼ਨ ਫੋਰਮਸ ਵੀ ਅਸੀਂ ਬਣਾਏ ਹੋਏ ਆ। ਸੋ ਇਹ ਅਸੀਂ ਕਹਿੰਦੇ ਹਾਂ ਕਿ ਜਿਹੜੀ ਨਵੀਂ ਐਜੂਕੇਸ਼ਨ ਸਮੇਂ ਦੇ ਹਾਣੀ ਹੋਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਪ੍ਰੋਗਰਾਮਸ ਹੈ ਉਹ ਟੈਕਨੋਲੋਜੀ ਅਨੇਬਲਡ ਹੋਣ, ਤਾਂ ਕਿ ਤੁਹਾਨੂੰ ਘਰੇ ਬੈਠਿਆਂ ਜਾਂ ਤੁਸੀਂ ਆਪਣੀ ਵਰਕ ਪਲੇਸ ਤੇ ਜਾਂ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਸਾਨੂੰ ਪਤਾ ਹੈ ਕਿ ਜਿੱਥੇ ਹਿਊਮਨ ਬੀਇੰਗ ਦੀ ਕੰਸਟ੍ਰੇਂਟ ਹੈ ਉੱਥੇ ਅਸੀਂ ਟੈਕਨੋਲੋਜੀ ਨੂੰ ਅਨੇਬਲ ਦੇ ਥਰੂ ਅਨੇਬਲਮੈਂਟ ਲਿਆਂਦੀ ਹੈ। ਸੋ ਉਸ ਸਲਾਈਡ ਦੇ ਵਿੱਚ ਤੁਹਾਡੇ ਕੋਲੇ ਜੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਫ੍ਰੀ ਟਾਈਮ ਹੈ, ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ, ਤੁਸੀਂ ਉਹ ਕੰਟੈਂਟ ਦੇਖ ਸਕਦੇ ਹੋ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਤਰੀਕੇ ਦਾ ਜਿਹੜਾ ਤੁਹਾਡੇ ਲਈ ਇੱਕ ਅਨੇਬਲਿੰਗ ਇਨਵਾਇਰਨਮੈਂਟ ਤੁਹਾਨੂੰ ਦਈਏ ਜਿਹਦੇ ਨਾਲ ਤੁਹਾਡੀ ਜਿਹੜੀ ਲਰਨਿੰਗ ਹੈ ਉਹ ਬੈਟਰ ਹੋ ਸਕੇ। ਔਰ ਇਹ ਜਿਹੜੀਆਂ ਮਲਟੀਪਲ ਐਂਟਰੀ ਐਗਜ਼ਿਟ ਪੁਆਇੰਟ, ਲੇਟਰਲ ਐਂਟਰੀ ਥਰੂ ਮਾਈਗ੍ਰੇਸ਼ਨ, ਇਹ ਸਾਰੀਆਂ ਚੀਜ਼ਾਂ ਕਨਵੀਨੀਅੰਟ ਐਂਡ ਫਲੈਕਸੀਬਲ ਲਰਨਿੰਗ ਜਿਹੜੀ ਆਪਣੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਸਾਰਾ ਕੁਝ ਇੰਟਰੋਡਿਊਸ ਕੀਤਾ। ਇਸ ਦੇ ਨਾਲ ਜੇ ਕੋਈ ਡਾਕਟਰ ਕਰਨ, ਮੇਰਾ ਇੱਕ ਸਵਾਲ ਹੈ ਕਿ ਜਿਹੜੇ ਸਾਡੇ ਟੀਚਰਸ ਜਾਂ ਨੌਨ ਟੀਚਿੰਗ ਡਿਪਾਰਟਮੈਂਟ ਦੇ ਲੋਕ ਇਹ ਕੋਰਸ ਕਰਨਾ ਚਾਹੁੰਦੇ ਆ ਉਹਨਾਂ ਲਈ ਜਿਹੜਾ ਐਗਜ਼ਾਮ ਸੈਂਟਰ ਦੀ ਕੀ ਫੈਸਿਲਿਟੀਜ਼ ਹੈ ਨੀਅਰ ਬਾਏ, ਕਿ ਉਹਨਾਂ ਦੇ ਨੀਅਰ ਬਾਏ ਐਗਜ਼ਾਮ ਸੈਂਟਰ ਸਥਾਪਿਤ ਕੀਤੇ ਜਾਂਦੇ ਜਾਂ ਇੱਕ
ਸੈਂਟਰਲ ਪਲੇਸ ਤੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਐਗਜ਼ਾਮ ਸੈਂਟਰ ਹੁੰਦੇ ਆ? ਡਾਕਟਰ ਸ਼ੰਕਰ, ਬੇਸਿਕਲੀ ਜਿੱਦਾਂ ਮੈਂ ਇਸ ਚੀਜ਼ ਨੂੰ ਦੱਸਿਆ ਵੀ ਯੂਨੀਵਰਸਿਟੀ ਨੇ ਹੁਣ ਤੱਕ 103 ਲਰਨਰ ਸਪੋਰਟ ਸੈਂਟਰ ਐਸਟੈਬਲਿਸ਼ ਕਰ ਲਏ ਹੈ, ਕਿਉਂਕਿ ਜਿੰਨਾ ਕਿ ਪੰਜਾਬ ਦੀ ਮਾਲਵਾ ਮਾਝਾ ਦੁਆਬਾ ਕਰਕੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਰੀਜਨ ਫਿਕਸ ਕੀਤਾ, ਬਟ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਥਰੂ ਆਊਟ ਦੀ ਪੰਜਾਬ ਫੈਲੀ ਹੋਈ ਹੈ। ਸਾਡੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮਿਲਾ ਕੇ 23 ਜ਼ਿਲ੍ਹਿਆਂ ਦੇ ਵਿੱਚ ਟੋਟਲ 103 ਲਰਨਰ ਸਪੋਰਟ ਸੈਂਟਰ ਐਸਟੈਬਲਿਸ਼ ਕੀਤੇ ਹੈ। ਜਦੋਂ ਵੀ ਕੋਈ ਕੈਂਡੀਡੇਟ ਆਪਣਾ ਐਡਮਿਸ਼ਨ ਫਾਰਮ ਫਿਲ ਕਰਦਾ ਹੈ ਤਾਂ ਉਹ ਜਿਸ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਉਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਲਰਨਰ ਸਪੋਰਟ ਸੈਂਟਰ ਅਵੇਲੇਬਲ ਨੇ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਇੱਕ ਐਗਜ਼ਾਮ ਸੈਂਟਰ ਬਣਦਾ ਹੈ। ਉਸ ਐਗਜ਼ਾਮ ਸੈਂਟਰ ਨੂੰ ਐਜ਼ ਅ ਲਰਨਰ ਸਪੋਰਟ ਸੈਂਟਰ ਵੱਲੋਂ ਵੀ ਚੂਜ਼ ਕਰ ਲੈਂਦੇ ਹਨ, ਕਿਉਂਕਿ ਟਾਈਮ ਤੇ ਜਦੋਂ ਕਿਸੇ ਬੱਚੇ ਨੂੰ ਕੋਈ ਡਾਊਟ ਹੋਏਗਾ ਜਾਂ ਕਿਸੇ ਚੀਜ਼ ਦੀ ਹੋਰ ਗ੍ਰੀਵਨੈਸ ਪਿੱਛੇ ਵੀ ਉਹ ਆਦੇ ਸੰਬੰਧਿਤ ਲਰਨਰ ਸਪੋਰਟ ਸੈਂਟਰ ਨਾਲ ਹੀ ਤਾਲੁਕ ਕਰਦੇ ਹਨ। ਠੀਕ ਹੈ ਸਰ, ਬਹੁਤ ਅੱਛੀ ਜਾਣਕਾਰੀ ਅੱਜ ਦੇ ਸੈਸ਼ਨ ਦੇ ਵਿੱਚ ਡਾਕਟਰ ਮਨਜੀਤ ਸਿੰਘ ਜੀ, ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜੀ ਵੱਲੋਂ ਐਂਡ ਡਾਕਟਰ ਸੁਖੀਜਾ ਜੀ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ। ਪਿਛਲੇ ਸੈਸ਼ਨ ਤੋਂ ਹੁਣ ਤੱਕ ਕਾਫੀ ਸਾਡੇ ਟੀਚਰਸ ਨੇ ਇਸ ਯੂਨੀਵਰਸਿਟੀ ਦੇ ਵਿੱਚ ਕੋਰਸਿਸ ਜੁਆਇਨ ਕਰੇ ਹੈ ਤੇ ਅੱਜ ਦੇ ਡਿਟੇਲ ਸੈਸ਼ਨ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬਹੁਤ ਸਾਰੇ ਅਧਿਆਪਕ ਜਾਂ +2 ਜਿਹੜੇ ਪਾਸ ਸਟੂਡੈਂਟਸ ਨੇ ਉਹ ਇਹਨਾਂ ਦੇ ਵੋਕੇਸ਼ਨਲ ਕੋਰਸਿਸ ਦਾ ਲਾਹਾ ਜ਼ਰੂਰ ਲੈਣਗੇ। ਇਸੇ ਹੀ ਉਮੀਦ ਦੇ ਨਾਲ ਫਿਰ ਜੁੜਾਂਗੇ। ਧੰਨਵਾਦ ਜੀ। ਇਸ ਦੇ ਨਾਲ ਹੀ ਜੋ ਕਿ ਸਾਡਾ ਅਸੀਂ ਗਵਰਨਮੈਂਟ ਟੀਚਰ ਸਕੀਮ ਨੂੰ ਐਕਸਟੈਂਡ ਕਰਨ ਜਾ ਰਹੇ ਹਾਂ, ਮੈਂ ਰਿਕੁਐਸਟ ਕਰੂੰਗਾ SCRT ਦੇ ਅਫੀਸ਼ੀਅਲਸ ਨੂੰ ਕਿ ਉਹ ਇਸ ਸਕੀਮ ਦੀ ਐਕਸਟੈਂਸ਼ਨ ਦਾ ਇਨੋਗਰਲ ਜ਼ਰੂਰ ਕरें।